ਸਕੂਨੇ ਕਲਬ ਕਿਵੇਂ ਬਹਾਲ ਹੋਣਾ ਤੇਰਾ। ਜਨਾਬ ਦੀ ਸਰਫੀ ਦਾ ਜਿਹੜਾ ਸ਼ੇਰ ਪੜਿਆ ਨਾ ਕਿ ਜਿਹੜੇ ਵਿਛੜੇ ਹੋਏ ਨੇ ਮੁੱਦਤਾਂ ਦੇ ਬਸ਼ੀਰ ਕਰਮ ਕਰ ਯਾਰ ਮਿਲਾਉਂਦਾ ਹੈ, ਅਸਲ ਵਿੱਚ ਨਾ ਤੁਹਾਨੂੰ ਸਕੂਨ ਉਨੀ ਦੇਰ ਤੱਕ ਆਉਣਾ ਹੀ ਨਹੀਂ। ਭਲਾ ਮੁਹਿਬ ਨੂੰ ਮਹਿਬੂਬ ਤੋਂ ਬਗੈਰ ਸਕੂਨ ਆਉਂਦਾ? ਮੇਰੀ ਗੱਲ ਗੌਰ ਨਾਲ ਸੁਣਦੇ ਹੋਵੇ। ਮੁਹਿਬ ਨੂੰ ਮਹਿਬੂਬ ਤੋਂ ਬਗੈਰ ਸਕੂਨ ਨਹੀਂ ਆਉਂਦਾ। ਤੇ ਤੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਕਿ ਤੂੰ ਫਿਤਰਤੀ ਤੌਰ ਤੇ ਅੱਲਾ ਦਾ ਮੁਹਿਬ ਹੈ। ਹਰ ਬੰਦਾ ਅੱਲਾ ਦਾ ਮੁਹਿਬ ਹੈ, ਲੇਕਿਨ ਆਪਣੇ ਕੰਮਾਂ ਦੀ ਮਸਰੂਫੀਅਤ ਦੀ ਵਜ੍ਹਾ ਤੋਂ ਇਹਨੂੰ ਪਤਾ ਕੋਈ ਨਹੀਂ ਲੱਗਦਾ ਪਿਆ, ਐਡਾ ਮਹਿਬ ਹੋਇਆ ਕਿ ਇਹਨੂੰ ਉਹ ਮੁਹੱਬਤ ਯਾਦ ਨਹੀਂ ਪਈ ਆਉਂਦੀ। ਤੇ ਜਿਹੜੇ ਅੱਲਾ ਦੇ ਮੁਹੱਬਤ ਵਾਲੇ ਬੰਦੇ ਨੇ ਨਾ, ਉਹ ਸਿਰਫ ਇੰਨਾ ਹੀ ਕਰਦੇ ਨੇ, ਉਹ ਯਾਦ ਕਰਵਾ ਦਿੰਦੇ ਨੇ ਕਿ ਯਾਰ ਤੇਰੀ ਫਿਟਿੰਗ ਐ ਵੇ, ਔਰ ਬੰਦੇ ਦਾ ਸਕੂਨ ਬਹਾਲ ਨਹੀਂ ਹੁੰਦਾ। ਕਬ ਤੱਕ? ਜਬ ਤੱਕ ਉਹ ਆਪਣੀ ਫਿਟਿੰਗ ਤੇ ਨਾ ਆ ਜਾਏ। ਮਸਨਵੀ ਦੇ ਵਿੱਚ ਮੌਲਾਨਾ ਜਲਾਲੁद्दीन रूमी रहमतुल्लाह ताला जनाब फरमाते हैं कि पानी ਦੇ ਉੱਤੇ ਜਿਹੜੀ ਝੱਗ ਹੈ ਨਾ, ਕਦੀ ਵੀ ਨਾ ਤੂੰ ਵੇਖੇਂਗਾ ਝੱਗ ਹਮੇਸ਼ਾ ਹਿਲਦੀ ਰਹਿੰਦੀ ਹੈ। ਹਲਕਾ ਜਿਹਾ ਹਵਾ ਦਾ ਝੋਂਕਾ ਵੀ ਆਵੇ ਤੇ ਚੰਗੀ ਭਲੀ ਹਿਲਦੀ ਹੈ। ਆਮ ਰੂਟੀਨ 'ਚ ਵੀ ਉਹ ਮੁਜ਼ਤਰਿਬ ਰਹੇਗੀ। ਪਤਾ ਕਿਉਂ? ਮੌਲਾਨਾ ਫਰਮਾਉਂਦੇ ਨੇ ਕਿ ਆਪਣੀ ਅਸਲ ਤੋਂ ਜੁਦਾ ਹੋਈ ਹੈ ਨਾ। ਝੱਗ ਦੀ ਅਸਲ ਜਿਹੜੀ ਉਹ ਮਿੱਟੀ ਹੁੰਦੀ, ਜਦੋਂ ਮਿੱਟੀ ਦੇ ਨਾਲ ਮਿੱਟੀ ਲੱਗ ਜੇ ਨਾ ਤੇ ਫਿਰ ਝੱਗ ਨਹੀਂ ਹਿੱਲੇਗੀ। ਕਦੀ ਨੋਟਿਸ ਕੀਤਾ ਜੀ ਕਿ ਜਾਨਵਰਾਂ ਦੇ ਗਲੇ ਦੇ ਵਿੱਚ ਨਾ ਇੱਕ ਟੱਲੀ ਅਕਸਰ ਪਾਈ ਹੁੰਦੀ ਹੈ ਜਾਨਵਰਾਂ ਦੇ ਗਲੇ 'ਚ। ਉਹ ਟੱਲੀ ਦੇ ਵਿੱਚ ਇੱਕ ਕਿੱਲੀ ਹੁੰਦੀ ਹੈ। ਆ ਬੜਾ ਵੀ ਘੁੱਟ ਕੇ ਟੱਲੀ ਨੂੰ ਫੜਿਆ ਜਾਏ ਤਾਂ ਕਿੱਲੀ ਰੋਕ ਕੇ ਵਿਖਾਇਆ ਜਾਏ, ਉਹ ਨਹੀਂ ਰੁਕਣੀ। ਪਤਾ ਕਿਉਂ ਨਹੀਂ ਰੁਕਦੀ? ਉਹ ਕਿੱਲੀ ਜਿਹੜੀ ਵਿੱਚ ਲੱਗੀ ਹੈ ਨਾ, ਉਹਦਾ ਅਸਲ ਹੈ ਲੋਹਾ। ਉਹਦੇ ਚੌਂ ਪਾਸੇ ਲੋਹਾ ਮੌਜੂਦ ਜ਼ਰੂਰ ਹੈ, ਪਰ ਉਹ ਲੋਹੇ ਤੋਂ ਦੂਰ ਹੈ। ਤਾਂ ਹੱਦ ਕੋਸ਼ਿਸ਼ ਕਰਦੀ ਮੈਂ ਆਪਣੀ ਅਸਲ ਨਾਲ ਮਿਲਾਂ। ਉਹਦੀ ਹੱਦ ਕੋਸ਼ਿਸ਼ ਮੈਂ ਕਿਸੇ ਤਰ੍ਹਾਂ ਆਪਣੀ ਅਸਲ ਨਾਲ ਮਿਲ ਜਾਵਾਂ। ਇਸੇ ਤਰ੍ਹਾਂ ਤੂੰ ਇਹ ਵੇਖ ਕਿ ਤੇਰੀ ਅਸਲ ਕੀ ਹੈ। ਕਿਆ ਤੇਰੀ ਅਸਲ ਖਾਲਕ ਹਕੀਕੀ ਨਹੀਂ? ਇੱਕ ਆਮ ਜਿਹੀ ਟੱਲੀ ਜਿਹੜੀ ਹੈ ਉਹ ਆਪਣੇ ਅਸਲ ਵੱਲ ਖਿੱਚ ਖਾਂਦੀ ਹੈ ਪਈ। ਤੂੰ ਬੇਵਕੂਫਾਂ ਬਸ ਇੰਝ ਹੀ ਲੱਗੇ ਆ। ਤੈਨੂੰ ਚਾਹੀਦਾ ਹੈ ਕਿ ਆਪਣੀ ਅਸਲ ਵੇਖ ਕਿ ਮੇਰੀ ਫਿਟਿੰਗ ਕਿੱਥੇ ਦੀ ਹੈ। ਔਰ ਤੂੰ ਕਦੀ ਵੀ ਨਹੀਂ ਸਕੂਨ ਪਾ ਸਕਦਾ ਜਬ ਤੱਕ ਤੂੰ ਆਪਣੀ ਅਸਲ ਫਿਟਿੰਗ ਦੇ ਉੱਤੇ ਨਾ ਹੈ। ਤੇਰੀ ਅਸਲ ਫਿਟਿੰਗ ਖਾਲਕ ਹਕੀਕੀ। ਆਪਣੇ ਖਾਲਕ ਵੱਲ ਰੁਝਾਨ ਕਰ ਲੈ, ਆਪਣੇ ਖਾਲਕ ਵੱਲ ਧਿਆਨ ਕਰ ਲੈ, ਸਕੂਨ ਬਹਾਲ ਆਪੇ ਹੀ ਹੋਣਾ ਸ਼ੁਰੂ ਹੋ ਜਾਏਗਾ। ਇਸ ਤਰ੍ਹਾਂ ਵੀ ਉਹ ਬੇਚੈਨੀ ਨਿਕਲਣੀ ਸ਼ੁਰੂ ਹੋ ਜਾਏਗੀ। ਇਹ ਦਿਲ ਕਦੀ ਵੀ ਨਹੀਂ ਸਕੂਨ ਕਰ ਸਕਦਾ ਜਬ ਤੱਕ ਕਿ ਦਿਲ ਦਾ ਅਸਲ ਮਾਲਕ ਦਿਲ ਦੇ ਵਿੱਚ ਨਾ ਆ ਜਾਏ। ਕਦੀ ਇਹ ਨੋਟ ਕੀਤਾ ਹੀ ਕਿ ਦਿਲ ਦਾ ਅਸਲ ਮਾਲਕ ਕੌਣ ਹੈ? ਆ ਦਿਮਾਗ ਅੱਲਾ ਨੇ ਦਿੱਤਾ ਹੈ ਦੁਨੀਆਦਾਰੀ ਚਲਾਉਣ ਵਾਸਤੇ, ਤੇ ਦਿਲ ਅੱਲਾ ਨੇ ਦਿੱਤਾ ਹੈ ਆਪਣੇ ਵੱਲੇ ਧਿਆਨ ਰੱਖਣ ਵਾਸਤੇ। ਤੇ ਫਿਰ ਇੰਜ ਕਰਨਾ ਜਿਵੇਂ ਸੂਫੀਆ ਫਰਮਾਉਂਦੇ ਹੁੰਦੇ ਨੇ ਕਿ ਹੱਥ ਕਾਰ ਵੱਲੇ ਆ ਦਿਮਾਗ ਜਿਹੜਾ ਹੈ ਲੱਗਾ ਰਵੇ ਦੁਨਿਆਵੀ ਕੰਮਾਂ ਦੇ ਵਿੱਚ, ਦਿਲ ਯਾਰ ਵੱਲੇ। ਕਿਉਂਕਿ ਦਿਲ ਦੀ ਫਿਟਿੰਗ ਜਿਹੜੀ ਹੈ ਇਹ ਖਾਲਕ ਹੈ। ਦਿਲ ਦਾ ਅਸਲ ਟਿਕਾਣਾ ਅੱਲਾ ਦੀ ਬਾਰਗਾਹ ਹੈ। ਜਿਸ ਵਕਤ ਤੂੰ ਦਿਲ ਦਾ ਰੁਖ ਮਨਜਾਨਬ ਅੱਲਾ ਕਰ ਦੇਵੇਂਗਾ, ਫਿਰ ਵੇਖੀ ਇਹਦੇ ਵਿੱਚ ਸਕੂਨ ਹੁੰਦਾ। ਔਰ ਰੁਖ ਮਨਜਾਨਬ ਅੱਲਾ ਹੋ ਹੀ ਨਹੀਂ ਸਕਦਾ ਜਬ ਤੱਕ ਕਿ ਤੇਰੇ ਦਿਲ 'ਚ ਉਹਦੀ ਮੁਹੱਬਤ ਨਾ ਜਾਗਣੀ ਸ਼ੁਰੂ ਹੋ ਜਾਏ। ਜਦੋਂ ਤੇਰੇ ਦਿਲ 'ਚ ਉਹਦੀ ਮੁਹੱਬਤ ਜਾਗਣੀ ਸ਼ੁਰੂ ਹੋਵੇਗੀ ਨਾ, ਤੇ ਆਟੋਮੈਟਿਕ ਤੈਨੂੰ ਉੱਠਦਿਆਂ ਬਹਿੰਦਿਆਂ ਉਹਦੀ ਯਾਦ ਪਈ ਆਵੇਗੀ। ਜਿਹਦੇ ਨਾਲ ਮੁਹੱਬਤ ਹੋਵੇ ਉਹਦੀ ਯਾਦ ਆਪੇ ਹੀ ਪਈ ਆਉਂਦੀ ਹੈ। ਤੇ ਜਿਹਦੀ ਯਾਦ ਆਵੇ ਨਾ, ਉਧਰ ਖਿੱਚ ਆਪੇ ਹੀ ਪਿਆ ਬੰਦਾ ਖਾਂਦਾ ਹੈ। ਇਸ ਵਾਸਤੇ ਆਪਣੀ ਜ਼ਿੰਦਗੀ ਦੇ ਵਿੱਚ ਜੇ ਬਿਹਤਰੀਨ ਬਦਲਾਅ ਲਿਆਉਣਾ ਚਾਹੁੰਦਾ ਫਿਰ ਆਪਣੇ ਦਿਲ 'ਚ ਅੱਲਾ ਦੀ ਮੁਹੱਬਤ ਨੂੰ ਉਜਾਗਰ ਕਰ, ਆਪਣੇ ਦਿਲ 'ਚ ਅੱਲਾ ਦੀ ਮੁਹੱਬਤ ਜਗਾ, ਤਾਂ ਕਿ ਤੇਰੀ ਜ਼ਿੰਦਗੀ ਜਿਹੜੀ ਉਹ ਪੁਰਸਕੂਨ ਹੋ ਜਾਏ। ਤੇਰੀ ਸੋਚ ਵੀ ਨਹੀਂ ਸਾਹਬਾ ਨਾਲੋਂ ਅੱਛੀ ਜ਼ਿੰਦਗੀ ਕਿੰਨੇ ਗੁਜ਼ਾਰਨੀ ਆ? ਕਰੀਮ ਆਕਾ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਲੋਂ ਅੱਛੀ ਜ਼ਿੰਦਗੀ ਕਿਹਨੂੰ ਨਸੀਬ ਹੋਣੀ ਹੈ? ਲੇਕਿਨ ਬਜ਼ਾਹਰ ਜਦੋਂ ਵੇਖੇਗਾ ਨਾ ਤੇ ਬੜੇ ਮੁਸ਼ਕਿਲ ਹਾਲਾਤ ਨੇ, ਘਰ ਦੇ ਮਾਮਲਾਤ ਬੜੇ ਮੁਸ਼ਕਿਲ ਨੇ, ਲੇਕਿਨ ਜ਼ਿੰਦਗੀ ਬੜੀ ਸਕੂਨ ਹੈ। ਕਿਉਂ? ਕਿਉਂਕਿ ਮੁਹੱਬਤ ਵਾਲਿਆਂ ਦੀ ਰਹਿੰਦੀ ਸਕੂਨ ਵਿੱਚ। ਜਦੋਂ ਅੱਲਾ ਨਾਲ ਸੱਚੀ ਮੁਹੱਬਤ ਹੋ ਜਾਏ ਨਾ, ਸਭ ਨੂੰ ਪਹਿਲਾਂ ਤਾਂ ਉਹਦੇ ਤੇ ਇਤਰਾਜ਼ ਮੁੱਕਦਾ। ਮੇਰੇ ਨਾਲ ਧਿਆਨ ਰੱਖ ਕੇ ਗੱਲ ਸੁਣੋਗੇ ਫਿਰ ਜ਼ਿਆਦਾ ਸਮਝ ਆਵੇਗੀ।
ਜਿਸ ਵਕਤ ਅੱਲਾ ਦੇ ਨਾਲ ਸੱਚੀ ਮੁਹੱਬਤ ਹੋ ਜਾਏ ਤਾਂ ਸਭ ਨਾਲੋਂ ਪਹਿਲਾਂ ਇਤਰਾਜ਼ ਮੁੱਕਦਾ। ਵੇਖੋ ਇੰਨੀ ਮਹਿਫਲ ਵਿੱਚ ਜ਼ਿਆਦਾਤਰ ਮੇਰੇ ਨਾਲ ਮੁਹੱਬਤ ਕਰਨ ਵਾਲੇ ਬੈਠੇ ਨੇ, ਤੇ ਮੈਂ ਕੋਈ ਰੂਟੀਨ ਤੋਂ ਹਟ ਕੇ ਵੀ ਮਾਮਲਾ ਕਰਾਂ ਨਾ, ਜਿਹੜੇ ਮੁਹੱਬਤ ਵਾਲੇ ਨੇ ਉਹ ਇਤਰਾਜ਼ ਕਰਦੇ, ਉਹ ਨਹੀਂ, ਉਹ ਆਂਦੇ ਨਹੀਂ ਨਹੀਂ ਮਹਿਬੂਬ ਹੈ, ਕੁਝ ਵੀ ਕਰ ਸਕਦਾ। ਮੈਂ ਜਦੋਂ ਇਤਰਾਜ਼ ਦੀ ਗੱਲ ਹੁੰਦੀ ਮੈਨੂੰ ਫੌਰਨ ਕੁਰਾਨ ਪਾਕ ਦਾ ਹਵਾਲਾ ਸਾਹਮਣੇ ਆ ਜਾਂਦਾ। ਜਿਸ ਵਕਤ ਕਿਬਲਾ ਤਬਦੀਲ ਹੋਇਆ, ਕਰੀਮ ਆਕਾ ਸੱਲੱਲਾਹੁ अलैहि वसल्लम ने ऐलान फरमाया कि किबला बदल गया, ਤੇ ਇਤਰਾਜ਼ ਕਰਨ ਵਾਲਿਆਂ ਨੇ ਇਤਰਾਜ਼ ਕੀਤਾ, ਤੇ ਜਿਨ੍ਹਾਂ ਨੇ ਮਹਿਬੂਬ ਮੰਨਿਆ ਸੀ ਉਹਨਾਂ ਨੇ ਆਖਿਆ ਕਿ ਜਿਉਂ ਮਹਿਬੂਬ ਦੀ ਮਰਜ਼ੀ ਹੈ। ਮਹਿਬੂਬ ਨੇ ਫਰਮਾਇਆ ਸੀ ਕਿ ਖਾਨੇ ਕਾਬੇ ਹਲ ਮੂੰਹ ਕਰਕੇ, ਮਹਿਬੂਬ ਨੇ ਫਰਮਾਇਆ ਕਿ ਮਸਜਿਦ ਅਕਸਾ ਹਲ ਮੂੰਹ ਕਰਕੇ ਨਮਾਜ਼ ਪੜ੍ਹੋ, ਤੇ ਠੀਕ ਹੈ। ਹੁਣ ਮਹਿਬੂਬ ਨੇ ਕਹਿ ਦਿੱਤਾ ਹੈ ਕਿ ਹੁਣ ਕਿਬਲਾ ਤਬਦੀਲ ਹੋ ਗਿਆ, ਹੁਣ ਖਾਨੇ ਕਾਬੇ ਹਲ, ਉਹਨਾਂ ਕਿਹਾ ਠੀਕ ਹੈ। ਨਾ ਕਿ ਵੀ ਅਸਾਂ ਮਸਜਿਦ ਅਕਸਾ ਨੂੰ ਜਾਂ ਕਾਬੇ ਨੂੰ ਤਾਂ ਮੰਨਿਆ ਨਹੀਂ, ਅਸਾਂ ਤਾਂ ਮਹਿਬੂਬ ਨੂੰ ਮੰਨਿਆ, ਜਿਵੇਂ ਮਹਿਬੂਬ ਦੀ ਮਰਜ਼ੀ। ਜਿਸ ਵਕਤ ਅੱਲਾ ਦੇ ਨਾਲ ਸੱਚੀ ਮੁਹੱਬਤ ਹੋ ਜਾਏ ਸਭ ਨੂੰ ਪਹਿਲਾਂ ਇਤਰਾਜ਼ ਮੁੱਕਦਾ। ਬੰਦਾ ਆਂਦਾ ਮਹਿਬੂਬਾ ਜਿਵੇਂ ਤੇਰੀ ਮਰਜ਼ੀ, ਜਿਉਂ ਤੂੰ ਰਾਜ਼ੀ ਉਂਝ ਹੀ ਮੈਂ ਰਾਜ਼ੀ ਹਾਂ। ਸ਼ੇਰ ਮਹਿਫਲਾਂ ਚ ਅਕਸਰ ਪੜੀਦਾ, ਜਿਨ੍ਹਾਂ ਦੁੱਖਾਂ ਵਿੱਚ ਮੇਰਾ ਦਿਲ ਭਰ ਰਾਜ਼ੀ, ਤੇ ਮੈਂ ਸੁੱਖ ਉਹਨਾਂ ਤੋਂ ਵਾਰੇ, ਦੁੱਖ ਕਬੂਲ ਮੁਹੰਮਦ ਬਖਸ਼ਾ, ਜੇ ਰਾਜ਼ੀ ਰਹਿਣ ਪਿਆਰੇ। ਜੇ ਮੌਲਾ ਇੰਜ ਰਾਜ਼ੀ ਹੋਵੇ ਮੇਰਾ ਖਿਆਲ ਹੈ ਕਿ ਸਾਨੂੰ ਤਾਂ ਜ਼ਰਾ ਵੀ ਨਹੀਂ ਇਤਰਾਜ਼ ਹੋਵੇਗਾ। ਲੇਕਿਨ ਕਦੋਂ ਉਂਝ ਇਤਰਾਜ਼ਾਂ ਦੇ ਨਾਲ ਭਰੀ ਹੈ, ਸਾਡੇ ਕੋਲ ਲਿਸਟਾਂ ਬਣੀਆਂ ਨੇ ਇਤਰਾਜ਼ਾਂ ਦੀਆਂ। ਲੇਕਿਨ ਜੇ ਅੱਲਾ ਦੇ ਨਾਲ ਮੁਹੱਬਤ ਹੋ ਜਾਏ ਤੇ ਇਤਰਾਜ਼ ਬਚਦਾ। ਅੱਲਾ ਦੇ ਨਾਲ ਮੁਹੱਬਤ ਹੋਣ ਤੋਂ ਬਾਅਦ ਵਿੱਚ ਇਤਰਾਜ਼ ਖਤਮ ਹੋਵੇਗਾ। ਇਸ ਵਾਸਤੇ ਸਭ ਨੂੰ ਪਹਿਲਾਂ ਜ਼ਰੂਰੀ ਹੈ ਕਿ ਅੱਲਾ ਦੇ ਨਾਲ ਮੁਹੱਬਤ ਹੋਵੇ, ਉਂਝ ਦੀ ਮੁਹੱਬਤ ਜਿਹਦੇ ਵਿੱਚ ਮਹਿਬੂਬ ਕਦੀ ਆਖ ਦੇਵੇ ਨਾ ਕਿ ਜਾ ਦੋਜ਼ਖ ਚ ਛਾਲ ਮਾਰ ਦੇ, ਬੰਦਾ ਆਖੇ ਕਿ ਇਹ ਕਿਹੜਾ ਕੰਮ ਹੈ। ਸਭ ਨਾਲੋਂ ਬੁਰੀ ਬਾਤ ਤੇ ਹੈ ਹੀ ਨਾ ਕਿ ਕੋਈ ਬੰਦਾ ਜਹੰਨਮ ਚ ਟੁਰ ਜੇ। ਕੋਈ ਦੁਨੀਆ ਦਾ ਬੜਾ ਵੀ ਨੁਕਸਾਨ ਹੋ ਜਾਏ ਤਾਂ ਕੋਈ ਗੱਲ ਨਹੀਂ, ਲੇਕਿਨ ਇਹ ਨੁਕਸਾਨ ਨਾ ਆਵੇ ਕਿ ਜਹੰਨਮ ਚ ਟੁਰ ਜੇ। ਲੇਕਿਨ ਮੁਹਿਬ ਮਹਿਬੂਬ ਦੀ ਤਰਫੋਂ ਮਿਲਣ ਵਾਲੇ ਹਰ ਹੁਕਮ ਨੂੰ ਕੁਰਾਨ ਸਮਝਦਾ। ਬੰਦੇ ਸਮਝਦੇ ਨੇ ਸਿਰਫ 3 ਸਪਾਰਿਆਂ ਵਾਲੇ ਕੁਰਾਨ ਹੈ। ਇਹ ਹੁਣ ਜਿਹੜਾ ਤੇਰੇ ਉੱਤੇ ਹੁਕਮ ਲਾਗੂ ਹੁੰਦੇ ਨੇ ਪਏ, ਉਹ ਅੱਲਾ ਨੂੰ ਨਹੀਂ ਆਉਂਦੇ ਪਏ ਹੁਕਮ। ਈਮਾਨ ਨਹੀਂ ਹੋ ਕਿ ਅੱਲਾ ਨੂੰ ਆਉਂਦੇ ਨੇ ਪਏ ਹੁਕਮ। ਬਈ ਜੇ ਕਾਰੋਬਾਰ ਚ ਨੁਕਸਾਨ ਹੁੰਦਾ ਪਿਆ ਤੇ ਇਹ ਈਮਾਨ ਨਹੀਂ ਹੋ ਕਿ ਕੌਣ ਕਰਦਾ ਪਿਆ, ਕਿਹਦੇ ਨੂੰ ਹੁਕਮ ਆਇਆ। ਬੰਦੇ ਸਮਝਦੇ 3 ਸਪਾਰਿਆਂ ਚ ਕੁਰਾਨ ਖਤਮ ਹੋ ਗਿਆ ਹੈ, ਅੱਲਾ ਦਾ ਕਲਾਮ ਮੁੱਕ ਗਿਆ। ਅੱਲਾ ਅੱਜ ਵੀ ਕਲਾਮ ਕਰਦਾ ਪਿਆ। ਲੇਕਿਨ ਹੁਣ ਸਮਝ ਸਿਰਫ ਉਦੋਂ ਵੀ ਸਮਝ ਮੁਹੱਬਤ ਵਾਲਿਆਂ ਨੂੰ ਆਈ ਸੀ। ਇਹ ਤਾਂ ਮੁਹੱਬਤ ਵਾਲਿਆਂ ਦੀ ਜ਼ਰਾ ਨਵਾਜ਼ੀ ਹੈ। ਮੁਹੱਬਤ ਵਾਲਿਆਂ ਦਾ ਬੜਾ ਇੱਕ ਸਮਝੋ ਤਾਂ ਕਰਮ ਨਵਾਜ਼ੀ ਹੈ ਕਿ ਉਹਨਾਂ ਨੇ ਅੱਲਾ ਦੇ ਫਰਮਾਨ ਨੂੰ ਤਹਿਰੀਰ ਦੀ ਸੂਰਤ ਚ ਦੇ ਦਿੱਤਾ, ਤੇ ਹੁਣ ਬੇਮੁਹੱਬਤੇ ਵੀ ਪੜ੍ਹਦੇ ਫਿਰਦੇ ਨੇ। ਉਦੋਂ ਵੀ ਸਮਝ ਸਿਰਫ ਮੁਹੱਬਤ ਵਾਲਿਆਂ ਨੂੰ ਆਈ ਸੀ, ਤੇ ਹੁਣ ਵੀ ਸਮਝ ਸਿਰਫ ਮੁਹੱਬਤ ਵਾਲਿਆਂ ਨੂੰ ਆਉਂਦੀ ਹੈ। ਬਈ ਅੱਲਾ ਦੀ ਤਰਫੋਂ ਹੁਕਮ ਨਾਜ਼ਲ ਹੁੰਦੇ ਨੇ ਪਏ। ਲੇਕਿਨ ਜੇ ਮੁਹੱਬਤ ਦੇ ਰੰਗ ਵਿੱਚ ਹੋਵੋ ਨਾ ਤੇ ਫਿਰ ਪਤਾ ਲੱਗ ਜਾਂਦਾ ਕਿ ਮਹਿਬੂਬ ਦੀ ਤਰਫੋਂ ਆਇਆ ਹੋਇਆ ਹਰ ਕੰਮ ਹਰਫੇ ਆਖਰ ਹੈ, ਬਸ ਉਸ ਤੋਂ ਬਾਅਦ ਦੂਜੀ ਗੱਲ ਹੀ ਕੋਈ ਨਹੀਂ। ਤਾਂ ਮਾਮਲਾ ਇਹ ਹੋਇਆ ਕਿ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਤਜ਼ਾਦ ਪਾਇਆ ਗਿਆ ਨਾ ਦੀਨ ਦੇ ਵਿੱਚ ਔਰ ਦੁਨੀਆ ਦੇ ਵਿੱਚ, ਇਸ ਵਜ੍ਹਾ ਤੋਂ ਉਸ ਮਾਮਲਾਤ ਜ਼ਿਆਦਾ ਪਚੀਦਾ ਹੋ ਗਏ ਨੇ। ਲੇਕਿਨ ਇਹ ਫਰਕ ਉਦੋਂ ਹੀ ਨਿਕਲ ਸਕਦਾ ਹੈ ਜਿਸ ਵਕਤ ਸਿਰਫ ਮੁਹੱਬਤ ਦੀ ਆਮਦ ਹੋਵੇ ਔਰ ਸਿਰਫ ਮੁਹੱਬਤ ਦੀ ਆਮਦ। ਸਾਰੇ ਫਰਕ ਆਪੇ ਹੀ ਮੁਹੱਬत काट देती है। राह फरमाते ने ज़मीन का मुसाफिर समझ नहीं सकता कि आसमान से अहकाम क्यों नाजल होते हैं। ज़िंदगी की मसरतों में आकबत का खौफ सुकून से महरूम कर देता है। आज के इंसान की शख्सियत में फशार है, यही वजह है कि सुकून नहीं मिलता। कि जिहड़ा ज़मीन का मुसाफिर है ना, उन्होंने समझ कोई नहीं होंदी भी आसमान वालों जिहड़े पैगाम आउंदे ने ना, वे मैं थोड़ी देर पहला दसी है ना, ये समझ किवें आउणी है मुहब्बत दे रंग विच आके।